ਅੱਜ ਮੈਂ ਤੁਹਾਡੇ ਨਾਲ ਜਿਸ ਵਿਸ਼ੇ ਬਾਰੇ ਗੱਲ ਕਰਨ ਜਾ ਰਿਹਾ ਹਾਂ ਉਹ ਬਹੁਤ ਹੀ ਅਹਿਮ ਤੇ ਮਹੱਤਵਪੂਰਨ ਵਿਸ਼ਾ ਹੈ। ਉਸ ਵਿਸ਼ੇ ਦਾ ਨਾਮ ਹੈ ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ, ਮੇਨ ਫੀਚਰ ਆਫ ਇੰਡੀਅਨ ਕਨਸਟੀਟਿਊਸ਼ਨ। ਭਾਰਤ ਦੇ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਸੰਵਿਧਾਨ ਦਾ ਅਰਥ ਕੀ ਹੈ। ਹੁਣ ਅਸੀਂ ਸਭ ਤੋਂ ਪਹਿਲਾਂ ਸੰਵਿਧਾਨ ਦੇ ਅਰਥ ਬਾਰੇ ਪੜ੍ਹਾਂਗੇ। A constitution is a fundamental legal document on the basis of which government of a country is run। ਕਿ ਸੰਵਿਧਾਨ ਉਹ ਇੱਕ ਮੁੱਢਲਾ ਕਾਨੂੰਨੀ ਦਸਤਾਵੇਜ਼ ਹੈ ਜਿਸ ਦੇ ਆਧਾਰ ਉੱਤੇ ਕਿਸੇ ਵੀ ਦੇਸ਼ ਦੀ ਸਰਕਾਰ ਚਲਾਈ ਜਾਂਦੀ ਹੈ। ਹੁਣ ਅਸੀਂ ਅਗਲੇ ਮਹੱਤਵਪੂਰਨ ਬਿੰਦੂ ਵੱਲ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ। ਇਹ ਬਿੰਦੂ ਹੈ ਪ੍ਰੈਮਬਲ ਆਫ ਦਾ ਕਨਸਟੀਟਿਊਸ਼ਨ, ਸੰਵਿਧਾਨ ਦੀ ਪ੍ਰਸਤਾਵਨਾ, ਜਿਸ ਨੂੰ ਕਿ ਸੰਵਿਧਾਨ ਦੀ ਕੁੰਜੀ ਵੀ ਕਿਹਾ ਜਾਂਦਾ ਹੈ, ਭਾਵ ਕੀ ਆਫ ਦਾ ਕਨਸਟੀਟਿਊਸ਼ਨ। ਹੁਣ ਅਸੀਂ ਭਾਰਤ ਦੇ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਪੜ੍ਹਾਂਗੇ। ਮੇਨ ਫੀਚਰ ਆਫ ਦਾ ਕਨਸਟੀਟਿਊਸ਼ਨ। ਦਾ ਫਸਟ ਵਨ ਇਜ਼ ਰਿਟਨ ਕਨਸਟੀਟਿਊਸ਼ਨ। ਪਹਿਲਾ, ਲਿਖਤੀ ਸੰਵਿਧਾਨ। ਪਿਆਰੇ ਵਿਦਿਆਰਥੀਓ, ਭਾਰਤ ਦਾ ਸੰਵਿਧਾਨ ਲਿਖਤੀ ਹੈ, ਜਿਸ ਨੂੰ ਕਿ ਭਾਰਤ ਦੀ ਸੰਵਿਧਾਨ ਸਭਾ ਦੁਆਰਾ 2 ਸਾਲ 11 ਮਹੀਨੇ ਅਤੇ 18 ਦਿਨ ਲਾ ਕੇ ਤਿਆਰ ਕੀਤਾ ਗਿਆ ਸੀ। ਇਸ ਸੰਵਿਧਾਨ ਸਭਾ ਦੇ ਚੇਅਰਮੈਨ ਡਾਕਟਰ ਰਾਜਿੰਦਰ ਪ੍ਰਸਾਦ ਅਤੇ ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦੇ ਚੇਅਰਮੈਨ ਡਾਕਟਰ BR ਅੰਬੇਦਕਰ ਸਨ, ਜਿਨ੍ਹਾਂ ਨੇ ਕਿ ਆਪਣੀ ਅਣਥੱਕ ਮਿਹਨਤ ਸਦਕਾ ਇਸ ਸੰਵਿਧਾਨ ਨੂੰ ਤਿਆਰ ਕੀਤਾ। ਨੰਬਰ 2, ਫਲੈਕਸੀਬਲ ਐਂਡ ਰਿਜਿਡ ਕਨਸਟੀਟਿਊਸ਼ਨ। ਭਾਰਤ ਦੇ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਹੈ ਇਸ ਦਾ ਲਚਕੀਲਾ ਅਤੇ ਕਠੋਰ ਹੋਣਾ, ਭਾਵ ਕਿ ਸੰਵਿਧਾਨ ਨੂੰ ਆਸਾਨੀ ਨਾਲ ਵੀ ਸੋਧਿਆ ਜਾ ਸਕਦਾ ਹੈ ਅਤੇ ਇਸ ਨੂੰ ਸੋਧਣ ਦਾ ਢੰਗ ਔਖਾ ਵੀ ਹੈ। ਜੇਕਰ ਅਸੀਂ ਫਲੈਕਸੀਬਲ ਦੀ ਗੱਲ ਕਰੀਏ ਤਾਂ ਇਸ ਦਾ ਭਾਵ ਇਹ ਹੈ ਕਿ ਸੰਵਿਧਾਨ ਦੀਆਂ ਕੁਝ ਵਿਸ਼ੇਸ਼ਤਾਵਾਂ ਜਾਂ ਕੁਝ ਪ੍ਰਬੰਧ ਅਜਿਹੇ ਹਨ ਜਿਨ੍ਹਾਂ ਨੂੰ ਸੰਸਦ ਆਸਾਨੀ ਨਾਲ ਸੋਧ ਕਰ ਸਕਦੀ ਹੈ, ਅਤੇ ਕਠੋਰ ਦਾ ਭਾਵ ਹੈ ਕਿ ਜੇਕਰ ਕੁਝ ਖਾਸ ਬਹੁਮਤ ਦੇ ਨਾਲ ਹੀ ਇਹਨਾਂ ਸੰਵਿਧਾਨਾਂ ਨੂੰ ਜਾਂ ਪ੍ਰਬੰਧਾਂ ਨੂੰ ਸੋਧਿਆ ਜਾ ਸਕਦਾ ਹੈ। ਭਾਰਤ ਦੇ ਸੰਵਿਧਾਨ ਵਿੱਚ ਸੋਧ ਕਰਨ ਦੀ ਵਿਧੀ ਦਾ ਵਰਣਨ ਆਰਟੀਕਲ 368 ਵਿੱਚ ਹੈ। ਹੁਣ ਅਸੀਂ ਅਗਲੇ ਪੁਆਇੰਟ ਵੱਲ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ। ਭਾਰਤ ਦੇ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਇਸ ਦਾ ਇੰਡੀਪੈਂਡੈਂਟ ਜੁਡੀਸ਼ਰੀ, ਭਾਵ ਸੁਤੰਤਰ ਨਿਆਂਪਾਲਿਕਾ ਹੈ। ਭਾਰਤ ਵਿੱਚ ਸੁਤੰਤਰ ਨਿਆਂਪਾਲਿਕਾ ਦਾ ਹੋਣਾ ਹੇਠ ਲਿਖੀਆਂ ਵਿਵਸਥਾ ਦੁਆਰਾ ਪਤਾ ਲੱਗਦਾ ਹੈ। ਪਹਿਲੀ ਗੱਲ, ਭਾਰਤ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਭਾਰਤ ਦੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਨੰਬਰ 2, ਇਹਨਾਂ ਨੂੰ ਹਟਾਇਆ ਵੀ ਅਹੁਦੇ ਤੋਂ ਬਹੁਤ ਔਖੇ ਢੰਗ ਨਾਲ ਜਾਂਦਾ ਹੈ। ਇਹਨਾਂ ਨੂੰ ਭਾਰਤ ਦੀ ਸੰਸਦ ਮਹਾਦੋਸ਼ ਪ੍ਰਸਤਾਵ ਰਾਹੀਂ ਹੀ ਇਹਨਾਂ ਦੇ ਅਹੁਦੇ ਤੋਂ ਵੱਖ ਕਰ ਸਕਦੀ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਨਿਆਂਪਾਲਿਕਾ ਸਰਕਾਰ ਦੁਆਰਾ ਬਣਾਏ ਗਏ ਕਿਸੇ ਵੀ ਕਾਨੂੰਨ, ਰਾਸ਼ਟਰਪਤੀ ਜਾਂ ਰਾਜਪਾਲ ਦੁਆਰਾ ਬਣਾਏ ਗਏ ਹੋਏ ਆਰਡੀਨੈਂਸ ਨੂੰ ਰੱਦ ਕਰ ਸਕਦੀ ਹੈ ਜੇਕਰ ਉਹ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ ਹੋਵੇ। ਇਹ ਗੱਲਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਭਾਰਤ ਵਿੱਚ ਇੰਡੀਪੈਂਡੈਂਟ, ਭਾਵ ਸੁਤੰਤਰ ਨਿਆਂਪਾਲਿਕਾ ਹੈ। ਹੁਣ ਅਸੀਂ ਚੌਥੇ ਪੁਆਇੰਟ ਵੱਲ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ। ਇਹ ਬਿੰਦੂ ਹੈ ਫੈਡਰਲ ਪੋਲਿਟੀ, ਭਾਵ ਸੰਘਾਤਮਕ ਵਿਵਸਥਾ। ਭਾਰਤ ਵਿੱਚ ਸੰਘਾਤਮਕ ਵਿਵਸਥਾ ਪਾਈ ਜਾਂਦੀ ਹੈ। ਇਹ ਵਿਵਸਥਾ ਹਨ ਰਿਟਨ ਕਨਸਟੀਟਿਊਸ਼ਨ, ਭਾਵ ਲਿਖਤੀ ਸੰਵਿਧਾਨ, ਫਲੈਕਸੀਬਲ ਐਂਡ ਰਿਜਿਡ ਕਨਸਟੀਟਿਊਸ਼ਨ, ਕਠੋਰ ਤੇ ਲਚਕੀਲਾ ਸੰਵਿਧਾਨ, ਡਿਸਟ੍ਰੀਬਿਊਸ਼ਨ ਆਫ ਪਾਵਰਸ ਬਿਟਵੀਨ ਯੂਨੀਅਨ ਐਂਡ ਸਟੇਟ, ਕਿ ਕੇਂਦਰ ਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਆਦਿ। ਇਹ ਉਹ ਵਿਵਸਥਾ ਹਨ ਜੋ ਇਹ ਸਿੱਧ ਕਰਦੀਆਂ ਹਨ ਕਿ ਭਾਰਤ ਵਿੱਚ ਸੰਘਾਤਮਕ ਵਿਵਸਥਾ ਪਾਈ ਜਾਂਦੀ ਹੈ। ਹੁਣ ਅਸੀਂ ਅਗਲੇ ਪੁਆਇੰਟ ਵੱਲ ਧਿਆਨ ਕੇਂਦਰਿਤ ਕਰਦੇ ਹਾਂ। ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਭਾਰਤ ਵਿੱਚ ਸੰਸਦੀ ਸਰਕਾਰ ਦੀ ਵਿਵਸਥਾ ਕੀਤੀ ਗਈ ਹੈ। ਸੰਸਦੀ ਸਰਕਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦਾ ਆਪਸ ਵਿੱਚ ਬਹੁਤ ਗਹਿਰਾ ਸੰਬੰਧ ਹੁੰਦਾ ਹੈ। ਅਗਲਾ ਪੁਆਇੰਟ, ਅਡਲਟ ਫਰੈਂਚਾਈਜ਼। ਇਹ ਭਾਰਤ ਦੇ ਸੰਵਿਧਾਨ ਦੀ ਇੱਕ ਬਹੁਤ ਅਹਿਮ ਵਿਸ਼ੇਸ਼ਤਾ ਹੈ। ਇਸ ਵਿੱਚ 18 ਸਾਲ ਜਾਂ 18 ਸਾਲ ਵੱਧ ਦੇ ਵਿਅਕਤੀ ਨੂੰ ਬਿਨਾਂ ਕਿਸੇ ਧਰਮ, ਜਾਤ, ਰੰਗ, ਨਸਲ ਦੇ ਆਧਾਰ 'ਤੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਂਦਾ ਹੈ।
नेक्स्ट पॉइंट इज़ फंडामेंटल राइट्स। अगला बहुत ही अहम विशेषता जो है वो है फंडामेंटल राइट्स का मौलिक अधिकार, जो कि भारत के संविधान के भाग 3 ਵਿੱਚ ਦਿੱਤੇ ਗਏ ਹਨ, जो कि आर्टिकल 12 ਤੋਂ ਲੈ ਕੇ आर्टिकल 35 ਦੇ ਵਿੱਚ ਆਉਂਦੇ ਹਨ। ਨੈਕਸਟ ਪੁਆਇੰਟ ਇਜ਼ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਜੋ ਕਿ ਭਾਰਤ ਦੇ ਸੰਵਿਧਾਨ ਦੇ ਭਾਗ 4 ਵਿੱਚ ਦਰਜ ਹਨ ਅਤੇ ਜੋ ਆਰਟੀਕਲ 36 ਤੋਂ ਲੈ ਕੇ 51 ਦੇ ਵਿੱਚ ਸ਼ਾਮਲ ਹਨ। ਦਾ ਨੈਕਸਟ ਪੁਆਇੰਟ ਇਜ਼ ਫੰਡਾਮੈਂਟਲ ਡਿਊਟੀਜ਼। ਮੌਲਿਕ ਕਰਤੱਵ। ਭਾਰਤੀ ਸੰਵਿਧਾਨ ਦੇ ਵਿੱਚ 42ਵੀਂ ਸੰਵਿਧਾਨਿਕ ਸੋਧ 1976 ਦੁਆਰਾ ਫੰਡਾਮੈਂਟਲ ਡਿਊਟੀਜ਼ ਨੂੰ ਸ਼ਾਮਲ ਕੀਤਾ ਗਿਆ। ਮੌਲਿਕ ਕਰਤੱਵ ਭਾਰਤੀ ਸੰਵਿਧਾਨ ਦੇ ਵਿੱਚ USSR ਹੁਣ ਦੇ ਰਸ਼ੀਆ ਤੋਂ ਲਏ ਗਏ ਹਨ ਅਤੇ ਇਹਨਾਂ ਭਾਰਤੀ ਸੰਵਿਧਾਨ ਦੇ ਵਿੱਚ ਇਹਨਾਂ ਕਰਤੱਵਾਂ ਨੂੰ ਸ਼ਾਮਲ ਕਰਨ ਦੀ ਸਿਫਾਰਸ਼ ਸਵਰਨ ਸਿੰਘ ਕਮੇਟੀ ਨੇ ਕੀਤੀ ਸੀ। ਨੈਕਸਟ ਵਨ ਇਜ਼ ਐਮਰਜੈਂਸੀ ਪਾਵਰ। ਆਰਟੀਕਲ 352, 356 ਐਂਡ 360। ਭਾਰਤ ਦੇ ਰਾਸ਼ਟਰਪਤੀ ਨੂੰ ਐਮਰਜੈਂਸੀ ਪਾਵਰਸ ਵੀ ਪ੍ਰਦਾਨ ਕੀਤੀਆਂ ਗਈਆਂ ਹਨ। ਇਹ 3 ਪ੍ਰਕਾਰ ਦੀਆਂ ਹਨ। ਆਰਟੀਕਲ 352, ਆਰਟੀਕਲ 356 ਐਂਡ ਆਰਟੀਕਲ 360। ਇਹ 3 ਪ੍ਰਕਾਰ ਦੀਆਂ ਸ਼ਕਤੀਆਂ ਹਨ ਜੋ ਕਿ ਭਾਰਤ ਦਾ ਰਾਸ਼ਟਰਪਤੀ ਵਰਤ ਸਕਦਾ ਹੈ। ਆਰਟੀਕਲ 352 ਰਾਸ਼ਟਰੀ ਸੰਕਟ ਕਾਲ ਦੇ ਵਿੱਚ ਨਾਲ ਸੰਬੰਧਿਤ ਹੈ। ਆਰਟੀਕਲ 356 ਜੋ ਹੈ ਉਹ ਰਾਜਾਂ ਦੇ ਵਿੱਚ ਸੰਵਿਧਾਨਕ ਮਸ਼ੀਨਰੀ ਦੇ ਫੇਲ ਹੋਣ ਨਾਲ ਸੰਬੰਧਿਤ ਹੈ ਅਤੇ ਆਰਟੀਕਲ 360 ਜੋ ਹੈ ਇਹ ਵਿੱਤੀ ਐਮਰਜੈਂਸੀ ਨਾਲ ਸੰਬੰਧਿਤ ਹੈ। ਸੋ ਪਿਆਰੇ ਵਿਦਿਆਰਥੀਓ, ਆਸ ਕਰਦਾ ਹਾਂ ਕਿ ਤੁਹਾਨੂੰ ਇਹ ਲੈਕਚਰ ਬਹੁਤ ਹੀ ਪਸੰਦ ਆਇਆ ਹੋਵੇਗਾ ਅਤੇ ਤੁਹਾਨੂੰ ਜੋ ਪੁਆਇੰਟ ਦੱਸੇ ਗਏ ਹਨ ਉਹ ਪੂਰੀ ਤਰ੍ਹਾਂ ਸਮਝ ਲੱਗ ਗਏ ਹੋਣਗੇ। ਥੈਂਕ ਯੂ।